गुरु जी जिता समुंद सागर नीर भरिया तेते ओगण हमारे दया करो किछ मेहर पावो डुबदे पत्थर तारे दया करो किछ मेहर पावो डुबदे पत्थर तारे। सतनाम धन वाहिगुरु साहिब जी। जब जरिए तब होए भसम तन रह क्रम दल खाई काची गागर नीर परत है या तन की यह वडाई काहे भैया फिर तो फूलिया फूलिया जब 10 मास उरद मुख रहता 100 दिन कैसे भूलिया रहाऊ ज्यों मद माखी त्यों सठोर रस जोर जोर तन किया मरती बार लेह लेह करिए होत रहन क्यों दिया देहोरी लो वरी नाद संग पही आगे सजन सुहेला मरकट लो सब लोग कुटुंब पहु आगे हंस अकेला कहत कबीर सुनो रे प्राणी परे काल ग्रस कुआ झूठी माया आप बंधाया जो नलनी ब्रह्म सुआ कहत कबीर सुनो रे प्राणी परे काल ग्रस कुआ झूठी माया आप बंधाया जो नलनी ब्रह्म सुआ। वाहिगुरु जी का खालसा वाहिगुरु जी की फतेह। परम सम्मानयोग गुरु रूप गुरु प्यारे सत्संगी जनों, गुरु ग्रंथ साहब महाराज जी की पावन पाक हजूरी विच जुड़ बैठ के संगतां पासों प्रेम नाल कीर्तन सरवण कीता है। गुरु महाराज जी की असीम कृपा सदका भगतां दी बाणी नूं विचार रहे हाँ। कनका मात्र भी कोई गुरु का शब्द भगतां वालों बख्शिया होया ज्ञान साढ़े मन विच वस जाए ताकि
ਸਾਡਾ ਮਨੁੱਖਾ ਜੀਵਨ ਸਫਲਾ ਹੋਵੇ। ਆਪ ਸੰਗਤਾਂ ਦੇ ਨਾਲ ਪਿਛਲੇ ਸਮੇਂ ਤੋਂ ਜਿਨ੍ਹਾਂ ਰਾਗਾਂ ਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੈ, ਇੱਕ ਇੱਕ ਰਾਗ ਨੂੰ ਲੜੀਵਾਰ ਆਪਾਂ ਵਿਚਾਰ ਰਹੇ ਹਾਂ। ਸਭ ਤੋਂ ਪਹਿਲਾਂ ਸ੍ਰੀ ਰਾਗ ਨੂੰ ਵਿਚਾਰਿਆ। ਮਾਝ ਰਾਗ ਅਗਲੇਰਾ ਰਾਗ, ਉਸ ਦੇ ਵਿੱਚ ਭਗਤਾਂ ਦੀ ਕੋਈ ਬਾਣੀ ਦਰਜ ਨਹੀਂ ਹੈ। ਫਿਰ ਤੀਜਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਗੋੜੀ ਰਾਗ ਹੈ, ਜਿਸ ਦੇ ਵਿੱਚੋਂ ਭਗਤਾਂ ਦੀ ਬਾਣੀ ਉਸ ਨੂੰ ਆਪਾਂ ਵਿਚਾਰਿਆ। ਉਸ ਤੋਂ ਅਗਲੇਰਾ ਰਾਗ ਆਸਾ ਰਾਗ ਹੈ, ਜਿਸ ਦੇ ਵਿੱਚ ਭਗਤਾਂ ਦੀ ਬਾਣੀ ਨੂੰ ਅਸੀਂ ਰਲ ਮਿਲ ਕੇ ਵਿਚਾਰਿਆ। ਆਸਾ ਤੋਂ ਅਗਲੇਰਾ ਰਾਗ ਗੁਜਰੀ ਹੈ, ਜੋ ਪਿਛਲੇ ਦਿਨਾਂ ਵਿੱਚ ਹੀ ਅਸੀਂ ਭਗਤਾਂ ਦੀ ਬਾਣੀ ਨੂੰ ਵਿਚਾਰ ਕੇ ਆਏ ਹਾਂ। ਉਸ ਤੋਂ ਅੱਗੇ ਫਿਰ ਦੇਵਗੰਧਾਰੀ ਰਾਗ, ਉਸ ਦੇ ਵਿੱਚ ਭਗਤਾਂ ਦੀ ਬਾਣੀ ਨਹੀਂ। ਵਿਆਹਗੜਾ ਰਾਗ, ਉਸ ਦੇ ਵਿੱਚ ਭਗਤਾਂ ਦੀ ਬਾਣੀ ਨਹੀਂ। ਵਡਹੰਸ ਰਾਗ, ਉਸ ਤੋਂ ਅਗਲੇਰਾ ਰਾਗ, ਉਸ ਦੇ ਵਿੱਚ ਭਗਤਾਂ ਦੀ ਬਾਣੀ ਨਹੀਂ। ਉਸ ਤੋਂ ਅਗਲੇਰਾ ਰਾਗ ਹੈ ਸੋਰਠ, ਜਿਸ ਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੈ। ਕੱਲ੍ਹ ਵੀ ਭਗਤਾਂ ਦੀ ਬਾਣੀ ਦਾ ਸੋਰਠ ਰਾਗ ਦਾ ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੀ ਵਿਚਾਰਿਆ। ਅੱਜ ਦੂਜੇ ਸ਼ਬਦ ਦਾ ਮੂਲ ਪਾਠ ਕੀਤਾ ਹੈ। ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਆਂ ਤਨ ਕੀ ਇਹ ਹੈ ਵਡਾਈ। ਇਹ ਪਾਵਨ ਸ਼ਬਦ ਹੈ। ਪਾਵਨ ਅੰਕ 654 ਦੇ ਉੱਤੇ ਇਹ ਦਰਗਾਹੀ ਬੋਲ ਇਲਾਹੀ ਬਚਨ ਦਰਜ ਹਨ। ਇਸ ਸ਼ਬਦ ਦੇ ਰਾਹੀਂ ਭਗਤ ਜੀ ਮਨੁੱਖ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਹੇ ਭਰਾ, ਤੂੰ ਹੰਕਾਰ ਦੇ ਵਿੱਚ ਕਿਉਂ ਫੁੱਲਿਆ ਫਿਰਦਾ ਹੈ, ਅਫਰਿਆ ਫਿਰਦਾ ਹੈ? ਤੂੰ ਕਿਉਂ ਇਸ ਜੀਵਨ ਦੇ ਵਿੱਚ ਮਿਲੀਆਂ ਹੋਈਆਂ ਵਸਤੂਆਂ ਦਾ, ਧਨ ਪਦਾਰਥਾਂ ਦਾ ਹੰਕਾਰ ਕਰਦਾ ਹੈ? ਤੂੰ ਉਹ ਸਮਾਂ ਕਿਉਂ ਭੁੱਲ ਗਿਆ ਕਿ ਜਦੋਂ ਤੂੰ ਬੇਸਹਾਰਾ ਸੈਂ, ਮਾਤਾ ਦੇ ਪੇਟ 'ਚ 10 ਮਹੀਨੇ ਉਲਟਾ ਟਿਕਿਆ ਹੋਇਆ ਸੀ? ਉਹ ਦਿਨ ਤੈਨੂੰ ਚੇਤੇ ਨਹੀਂ? ਤੂੰ ਸੰਸਾਰ ਦੇ ਵਿੱਚ ਆ ਕੇ ਇਹਨਾਂ ਚਾਰ ਪਦਾਰਥਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਹੰਕਾਰ ਦੇ ਵਿੱਚ ਚੂਰ ਰਹਿੰਦਾ। ਇਸ ਗੱਲ ਦੇ ਉੱਤੇ ਇਹਦੇ ਸ਼ਬਦ ਵਿੱਚ ਭਗਤ ਜੀ ਨੇ ਅਸਲੀਅਤ ਬਿਆਨ ਕੀਤੀ ਹੈ ਕਿ ਜੀਵਨ ਦੀ ਅਸਲੀਅਤ ਕੀ ਹੈ, ਸਾਨੂੰ ਕਿਉਂ ਨਹੀਂ ਹੰਕਾਰ ਕਰਨਾ ਚਾਹੀਦਾ, ਅਸੀਂ ਹੰਕਾਰ ਕਿਉਂ ਕਰ ਰਹੇ ਹਾਂ, ਉਸ ਦਾ ਲਾਭ ਕੀ ਹੈ। ਇਹ ਵੀ ਵਰਜਿਆ ਉਹਨਾਂ ਨੇ ਵੀ ਤੁਸੀਂ ਇਹਨੂੰ ਲਾਭ ਸਮਝਦੇ ਹੋ, ਹੰਕਾਰ ਕਰ ਕਰਕੇ ਫਰਦੇ ਫਿਰਦੇ ਹੋ। ਸਗੋਂ ਇਸ ਜੀਵਨ ਦਾ ਜੋ ਖੇਡ ਹੈ ਉਹ ਖਿਨ ਭੰਗਰ ਜੀਵਨ ਹੈ ਤੁਹਾਡਾ, ਔਰ ਉਸ ਦੇ ਵਿੱਚ ਵੀ ਤੁਸੀਂ ਹੰਕਾਰ ਕਰਦੇ ਹੋ। ਪਤਾ ਨਹੀਂ ਕਿਸ ਵੇਲੇ ਮੌਤ ਜਿਹੜੀ ਹੈ ਉਹ ਆਪਣੀ ਚੁੰਗਲ ਵਿੱਚ ਲੈ ਲੈਂਦੀ ਹੈ। ਸਾਰੀਆਂ ਚੀਜ਼ਾਂ ਇੱਥੇ ਰਹਿ ਜਾਂਦੀਆਂ, ਜਿਸ ਕਰਕੇ ਤੁਸੀਂ ਨਾ ਗੁਰੂ ਨਾਲ ਜੁੜਦੇ, ਨਾ ਪਰਮੇਸ਼ਰ ਦੀ ਬੰਦਗੀ ਕਰਦੇ, ਨਾ ਜੀਵਨ 'ਚ ਚੰਗੇ ਕੰਮ ਕਰਦੇ, ਕਿਉਂਕਿ ਹੰਕਾਰਿਆ ਬੰਦਾ ਕਦੀ ਚੰਗੇ ਕੰਮ ਨਹੀਂ ਕਰਦਾ। ਸੋ ਆਓ ਜੋ ਵਿਚਾਰਾਂ ਅੱਜ ਦੇ ਪਾਵਨ ਸ਼ਬਦ ਰਾਹੀਂ ਬਖਸ਼ੀਆਂ, ਅਸੀਂ ਸਭ ਬਖਸ਼ੋ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਸਕੀਏ। ਪਿਆਰ ਨਾਲ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਦੀ ਆਮਦ ਹੋਣ ਤੋਂ ਬਾਅਦ ਸੰਸਾਰ ਦੇ ਵਿੱਚ ਜੋ ਕੁਛ ਮਿਲਦਾ ਹੈ, ਮਨੁੱਖ ਉਸ ਦੇ ਉੱਤੇ ਆਪਣੀ ਪਕੜ ਬਣਾ ਲੈਂਦਾ ਹੈ। ਔਰ ਜਿਸ ਚੀਜ਼ ਦੇ ਉੱਤੇ ਮਨੁੱਖ ਦੀ ਪਕੜ ਹੈ, ਇਸ ਨੂੰ ਮੇਰੀ ਮੇਰੀ ਕਹਿਣੀ ਸ਼ੁਰੂ ਕਰਦਾ ਹੈ, ਔਰ ਮੇਰੀ ਦੀ ਮੋਹਰ ਐਸੀ ਲੱਗ ਜਾਂਦੀ ਹੈ, ਇਹ ਮੈਂ ਦਾ ਧਾਰਨੀ ਹੋ ਜਾਂਦਾ ਹੈ। ਉਸ ਵਸਤੂ ਨੂੰ ਪ੍ਰਾਪਤ ਕਰਕੇ ਮੈਂ ਕਰਨੀ ਸ਼ੁਰੂ ਕਰ ਦਿੰਦਾ ਵੀ ਮੇਰੀ ਹੈ, ਮੇਰੀ ਹੈ, ਮੇਰੀ ਹੈ। ਔਰ ਇਹ ਬਿਰਤੀ ਮਨੁੱਖ ਦੀ ਐਡੀ ਗੂੜੀ ਹੋ ਜਾਂਦੀ ਹੈ ਕਿ ਮੈਂ ਦੀ
ਅਵਸਥਾ ਵਿੱਚ ਜੀਣ ਲੱਗ ਪੈਂਦਾ ਹੈ ਔਰ ਇਹ ਅਵਸਥਾ ਮਨੁੱਖ ਨੂੰ ਫਿਰ ਸਿੱਧੇ ਨਹੀਂ ਰਹਿਣ ਦਿੰਦੀ। ਟੇਢੀ ਚਾਲ ਟੇਢੇ ਚਲੇ, ਲਾਗੇ ਵੀਰੇ ਖਾਣ। ਇਸ ਅਵਸਥਾ ਵਿੱਚ ਮਨੁੱਖ ਫਿਰ ਟੇਢਾ ਤੁਰਨਾ ਸ਼ੁਰੂ ਹੋ ਜਾਂਦਾ ਹੈ। ਭਾਵ ਕਿ ਅਕੜ ਕੇ ਜੀਵਨ ਜਿਉਂਦਾ ਹੈ, ਅਹੰਕਾਰ ਦੇ ਵਿੱਚ ਜੀਵਨ ਜਿਉਂਦਾ ਹੈ, ਮੈਂ ਦੇ ਆਸ਼ਰਿਤ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਇਸ ਕਰਕੇ ਭਗਤ ਜੀ ਇੱਕ ਗੱਲ ਅੱਜ ਸਮਝਾਉਣਾ ਚਾਹੁੰਦੇ ਨੇ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਹੇ ਭਾਈ, ਤੂੰ ਕਿਸੇ ਗੱਲੇ ਅਹੰਕਾਰ ਵਿੱਚ, ਕਿਸ ਗੱਲੋਂ ਅਹੰਕਾਰ ਦੇ ਵਿੱਚ ਅਫਰਿਆ ਫਿਰਦਾ ਹੈ? ਕਿਸ ਗੱਲੋਂ ਅਹੰਕਾਰ ਕਰਦਾ ਹੈ? ਕਿਸ ਗੱਲ ਦਾ ਅਹੰਕਾਰ ਕਰਦਾ ਹੈ? ਭਾਵ ਕਿ ਕਿਉਂ ਤੂੰ ਅਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਹੈ? ਮਨੁੱਖ ਦੇਖੋ ਨਾ, ਕਹਿੰਦਾ ਮੇਰੇ ਕੋਲ ਵੱਡਾ ਘਰ ਹੈ, ਮੇਰੇ ਕੋਲ ਵੱਡੀ ਕਾਰ ਹੈ, ਮੇਰੇ ਕੋਲ ਇਤਨਾ ਧਨ ਹੈ, ਮੈਂ ਬੜੇ ਬੈਂਕ ਬੈਲੈਂਸ ਦਾ ਮਾਲਕ ਹਾਂ, ਮੇਰੇ ਕੋਲ ਵੱਡਾ ਟੱਬਰ ਹੈ, ਮੇਰਾ ਸੁੰਦਰ ਰੂਪ ਹੈ, ਮੈਨੂੰ ਗਿਆਨ ਹੈ, ਮੈਂ ਵਿੱਦਿਆ ਹਾਸਲ ਕੀਤੀ ਹੈ। ਪਤਾ ਨਹੀਂ ਕਿਸ ਕਿਸ ਤਰੀਕੇ ਦੇ ਨਾਲ ਮਨੁੱਖ ਇਸ ਅਹੰਕਾਰ ਦੇ ਵਿੱਚ ਹੁੱਲਿਆ ਫਿਰਦਾ ਹੈ ਔਰ ਅਫਰ ਕੇ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ, ਅਫਰਿਆ ਹੋਇਆ, ਚੌੜਾ ਹੋ ਕੇ। ਭਗਤ ਜੀ ਕਹਿੰਦੇ ਨੇ, ਤੂੰ ਕਿਸੇ ਗੱਲੋਂ ਅਹੰਕਾਰ ਵਿੱਚ ਅਕੜਿਆ ਫਿਰਦਾ ਹੈ। ਕਿਸ ਗੱਲ ਦਾ ਤੈਨੂੰ ਅਹੰਕਾਰ ਹੈ? ਵੀ ਚਾਰ ਚੀਜ਼ਾਂ ਤੈਨੂੰ ਮਿਲ ਗਈਆਂ, ਤੂੰ ਅਹੰਕਾਰ ਕਰ ਲਿਆ। ਪਰਿਵਾਰ ਮਿਲ ਗਿਆ, ਧਨ ਪਦਾਰਥ ਮਿਲ ਗਏ, ਚਾਰ ਅੱਖਰ ਸਿੱਖ ਲਏ, ਰੂਪ ਸੋਹਣਾ ਮਿਲ ਗਿਆ, ਜਿਹੜੀਆਂ ਚੀਜ਼ਾਂ ਦਾ ਮਨੁੱਖ ਨੂੰ ਹੰਕਾਰ ਹੈ। ਔਰ ਇੱਕ ਗੱਲ ਜੀਵਨ 'ਚ ਯਾਦ ਰੱਖਿਓ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਨਾਨਕ ਹੋਮੈ ਰੋਗ ਬੁਰੇ। ਹੋਮੈ ਦੇ ਜਿੰਨੇ ਵੀ ਰੋਗ ਨੇ ਉਹ ਸਾਰੇ ਮਾੜੇ ਨੇ। ਜਿਸ ਤਰ੍ਹਾਂ ਕਹਿ ਲਵਾਂ, ਹੋਮੈ ਜਿਹੜੀ ਹੈ ਕਿਸੇ ਵੀ ਗੱਲ ਦੀ ਜਿਹੜੀ ਉਹ ਚੰਗੀ ਨਹੀਂ ਹੋ ਸਕਦੀ। ਹੋਮੈ ਦਾ ਰੋਗ ਬੜਾ ਭੈੜਾ ਰੋਗ ਹੈ। ਇਸ ਕਰਕੇ ਮਹਾਰਾਜ ਨੇ ਹੋਮੈ ਦੀਰਘ ਰੋਗ ਹੈ, ਇਸ ਨੂੰ ਇੱਕ ਲੰਬੀ ਬਿਮਾਰੀ ਕਿਹਾ। ਕਿਉਂਕਿ ਕਈ ਵਾਰੀ ਜਦੋਂ ਇਹ ਰੋਗ ਲੱਗ ਜਾਂਦਾ ਹੈ, ਕਈ ਵਾਰੀ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਇਸ ਰੋਗ ਦੇ ਵਿੱਚ ਹੀ ਜਿਉਂਦਾ ਹੈ। ਇਹ ਰੋਗ ਨਹੀਂ ਜੀਵਨ 'ਚੋਂ ਜਾਂਦਾ। ਬਾਕੀ ਰੋਗ ਇਤਨੇ ਲੰਬੇ ਨਹੀਂ ਚੱਲਦੇ। ਜਦ ਤੱਕ ਕੋਈ ਰੋਗ ਜੀਵਨ ਸਮਾਪਤ ਕਰ ਦੇਗਾ, ਜਦ ਜੀਵਨ 'ਚੋਂ ਰੋਗ ਖਤਮ ਹੋ ਜਾਏਗਾ। ਪਰ ਹੋਮੈ ਦਾ ਰੋਗ ਜਿਸ ਦਿਨ ਲੱਗ ਜਾਂਦਾ ਹੈ, ਮਰਨ ਤੱਕ ਕਈ ਵਾਰੀ ਮਨੁੱਖ ਦਾ ਪਿੱਛਾ ਨਹੀਂ ਛੱਡਦਾ। ਇਸ ਕਰਕੇ ਜੇ ਭਗਤ ਜੀ ਇੱਕ ਸਵਾਲ ਖੜਾ ਕਰਦੇ, ਭਾਈ ਕਿਹੜੇ ਗੱਲੋਂ ਅਹੰਕਾਰ ਕਰਦਾ ਅਤੇ ਅਫਰਿਆ ਕਿਉਂ ਫਿਰਦਾ? ਤੈਨੂੰ ਪਤਾ ਹੈ? ਕਹਿੰਦੇ, ਜਬ 10 ਮਾਸ ਉਰਦ ਮੁਖ ਰਹਿਤਾ। ਤੈਨੂੰ ਉਹ ਸਮਾਂ ਕਿਉਂ ਭੁੱਲ ਗਿਆ? ਉਹ ਸਮਾਂ ਕਿਉਂ ਨਹੀਂ ਚੇਤੇ? ਜਬ 10 ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੁੱਲਿਆ। ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਉਹ ਦਿਨ ਤੈਨੂੰ ਯਾਦ ਕਿਉਂ ਨਹੀਂ? ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ। ਉਹ ਦਿਨ ਤੈਨੂੰ ਚੇਤੇ ਨਹੀਂ ਹੈ। ਜਦੋਂ ਤੂੰ ਬੇਵੱਸ ਸਾਂ, ਤੇਰਾ ਕੋਈ ਜ਼ੋਰ ਨਹੀਂ ਸੀ ਚੱਲਦਾ, ਮਾਂ ਦੇ ਸਰੀਰ ਦਾ ਸਾਰਾ ਗੰਦਮੰਦ ਤੇਰੇ ਕੋਲ ਨੂੰ ਲੰਘਦਾ ਸੀ, ਤੇਰੇ ਮੁਖ ਕੋਲ ਨੂੰ। ਉਹ ਦਿਨ ਤੈਨੂੰ ਚੇਤੇ ਨਹੀਂ। ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਤੈਨੂੰ ਕਿਉਂ ਨਹੀਂ ਯਾਦ ਉਹ ਦਿਨ? ਅੱਜ ਤੂੰ ਕਿਹੜੀ ਗੱਲ ਦਾ ਹੰਕਾਰ ਕਰ ਰਿਹਾ ਸੰਸਾਰ ਵਿੱਚ? ਇੱਕ ਦਿਨ ਉਹ ਵੀ ਸੀ ਜਿੰਨਾ ਤੇਰਾ ਕੋਈ ਜ਼ੋਰ ਨਹੀਂ ਸੀ, ਜਿੰਨਾ ਤੂੰ ਬੇਵੱਸ ਹੋ ਕੇ ਜ਼ਿੰਦਗੀ ਜੀ ਰਿਹਾ ਸੀ। ਤੂੰ ਉਸ ਜ਼ਿੰਦਗੀ ਨੂੰ ਜੀ ਕੇ ਆਇਆ, ਅੱਜ ਕਿਹੜੀ ਗੱਲ ਦਾ ਤੂੰ ਹੰਕਾਰ ਕਰ ਰਿਹਾ ਸੰਸਾਰ ਵਿੱਚ ਆ ਕੇ? ਤੇਰੇ ਕੋਲ ਉਹ ਜ਼ਿੰਦਗੀ ਸੀ ਜਿੱਥੇ ਤੇਰਾ ਕੋਈ ਜ਼ੋਰ ਨਹੀਂ ਸੀ, ਕੋਈ ਤਾਣ ਨਹੀਂ ਸੀ, ਤੇਰਾ ਕੋਈ ਬਲ ਨਹੀਂ ਸੀ ਕੰਮ ਕਰਦਾ। ਤੂੰ ਉਸ ਜ਼ਿੰਦਗੀ ਵਿੱਚੋਂ ਸੰਸਾਰ 'ਚ ਆਇਆ ਔਰ 10 ਮਹੀਨੇ ਤੂੰ ਇਸ ਤਰ੍ਹਾਂ ਉਸ ਜ਼ਿੰਦਗੀ ਨੂੰ ਜੀ ਕੇ ਆਇਆ। ਉਹ ਤੈਨੂੰ ਕਿਉਂ ਨਹੀਂ ਚੇਤੇ? ਦੇਖੋ ਨਾ, ਮਨੁੱਖ ਨੂੰ ਕਈ ਵਾਰੀ
ਚੰਗੇ ਦਿਨ ਚੇਤੇ ਰਹਿੰਦੇ ਨੇ, ਮਾੜੇ ਦਿਨ ਭੁੱਲ ਜਾਂਦੇ ਹਨ। ਔਰ ਇੱਕ ਗੱਲ ਜੀਵਨ 'ਚ ਯਾਦ ਰੱਖਣਾ, ਜੇ ਸਾਡੇ ਕਦੀ ਮਾੜੇ ਦਿਨ ਸਨ, ਘਰ ਵਿੱਚ ਗਰੀਬੀ ਸੀ, ਜੀਵਨ ਦੇ ਵਿੱਚ ਹੋਰ ਕੋਈ ਦੁੱਖ ਸੀ, ਔਰ ਜੇ ਉਹ ਦਿਨ ਸਾਨੂੰ ਚੇਤੇ ਨਹੀਂ ਰਿਹਾ ਤੇ ਚੰਗੇ ਦਿਨਾਂ ਵਿੱਚ ਅਸੀਂ ਹੰਕਾਰ ਦੇ ਵਿੱਚ ਹੀ ਜੀਵਾਂਗੇ, ਕਿਉਂਕਿ ਚੰਗੇ ਦਿਨ ਹੰਕਾਰ ਪੈਦਾ ਕਰਦੇ ਆ। ਹੰਕਾਰ ਤੋਂ ਉਹੀ ਮਨੁੱਖ ਬਚ ਸਕਦਾ ਜਿਹੜਾ ਮਨੁੱਖ ਮਾੜੇ ਦਿਨਾਂ ਨੂੰ, ਆਪਣੀ ਗਰੀਬੀ ਨੂੰ, ਪਿਛਲੇ ਸਮੇਂ ਨੂੰ ਚੇਤੇ ਰੱਖਦਾ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਨੇ ਨਾ, ਉਹ ਮਨੁੱਖ ਨੂੰ ਬਾਰ-ਬਾਰ ਅੰਦਰੋਂ ਝੰਜੋੜਦੀਆਂ ਰਹਿੰਦੀਆਂ ਵੀ ਤੂੰ ਇਹੋ ਜਿਹੀ ਹਾਲਤ ਵਿੱਚ ਸੀ ਅਤੇ ਅੱਜ ਤੈਨੂੰ ਇਹ ਕੁਛ ਪ੍ਰਾਪਤ ਹੋ ਗਿਆ। ਔਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਨਾ, ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਸ਼ਬਦ ਇਸ ਪਰਥਾਏ ਸਾਨੂੰ ਸਮਝਾਉਂਦੇ ਨੇ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਕੀਰੇ ਹਮ ਥਾਪੇ। ਪਰ ਬੰਦਾ ਭੁੱਲ ਜਾਂਦਾ, ਬੰਦੇ ਨੂੰ ਚੇਤੇ ਹੀ ਨਹੀਂ ਰਹਿੰਦਾ ਵੀ ਇੱਕ ਦਿਨ ਮੇਰੇ ਕੋਲ ਉਹ ਵੀ ਸੀ ਵੀ ਜਦੋਂ ਮੈਂ ਰੁਲਦਾ ਫਿਰਦਾ ਸਾਂ, ਕੋਈ ਗੱਲ ਨਹੀਂ ਸੀ ਪੁੱਛਦਾ, ਮੇਰੀ ਜ਼ਿੰਦਗੀ ਵਿਸ਼ਟਾ ਦੇ ਕੀੜੇ ਦੇ ਨਿਆਈ ਸੀ। ਅਤੇ ਅੱਜ ਜੇ ਗੁਰੂ ਨੇ ਕਿਰਪਾ ਕੀਤੀ, ਇਹ ਪਦ ਪਦਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ, ਅਤੇ ਫਿਰ ਅਹੰਕਾਰ ਕਿਹੜੀ ਗੱਲ ਹੈ? ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਨਾ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਕਿਉਂਕਿ ਉਸ ਦੀ ਖੇਡ ਹੈ। ਰਾਜਾ ਸ਼ਰਮ ਮਿਤ ਨਹੀਂ ਜਾਣਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਉਹਦੀ ਗਤ ਨੂੰ ਕੋਈ ਜਾਣ ਸਕਦਾ ਪਰਮਾਤਮਾ ਦੀ, ਕਿਉਂਕਿ ਸੰਸਾਰ ਦੇ ਵਿੱਚ ਆ ਕੇ ਉਸਦੀ ਖੇਡ ਐਸੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਰਾਜਾ ਤੇ ਭਿਖਾਰੀ ਕਰਵੋ, ਭਿਖਾਰੀ ਤੇ ਰਾਜ ਕਮਾਵੇ। ਉਹ ਇੱਕ ਰਾਜੇ ਨੂੰ ਭਿਖਾਰੀ ਕਰ ਦਿੰਦਾ, ਇੱਕ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਹੈ। ਇਹ ਖੇਡ ਉਸ ਅਕਾਲ ਪੁਰਖ ਵਾਹਿਗੁਰੂ ਦੀ। ਉਹ ਦਿਨ ਤੈਨੂੰ ਕਿਉਂ ਚੇਤੇ ਨਹੀਂ ਰਿਹਾ? ਔਰ ਗੁਰਬਾਣੀ ਵਿੱਚ ਜਦੋਂ ਆਪਾਂ ਪੜ੍ਹਦੇ ਨਾ, ਬਾਰ-ਬਾਰ ਗੁਰਮਤਿ ਨੇ ਇਸ ਪਾਸੇ ਸਾਡਾ ਧਿਆਨ ਖਿੱਚਿਆ ਕਿ ਉਸ ਦਿਨ ਨੂੰ ਜ਼ਰੂਰ ਚੇਤੇ ਰੱਖ ਜਦੋਂ ਤੇਰੇ ਜੀਵਨ ਵਿੱਚ ਉਹ ਸਮਾਂ ਸੀ। ਇੱਥੇ ਵੀ ਭਗਤ ਕਬੀਰ ਸਾਹਿਬ ਜੀ ਦਿਨ ਉਹੀ ਚੇਤਾ ਕਰਾਉਣਾ ਚਾਹੁੰਦੇ ਨੇ ਕਿ ਜਦੋਂ ਤੂੰ ਮਜਬੂਰ ਸਾਂ, ਉਸ ਦਿਨ ਨੂੰ ਯਾਦ ਕਰ, ਜਿਹੜਾ ਤੂੰ ਅੱਜ ਐਟੀਟਿਊਡ ਬਣਾਈ ਫਿਰਦਾ ਨਾ, ਹੰਕਾਰ ਦੇ ਵਿੱਚ ਮਸਤਿਆ ਹੋਇਆ ਫਿਰਦਾ ਸੰਸਾਰ ਵਿੱਚ, ਚਾਰ ਚੀਜ਼ਾਂ ਪ੍ਰਾਪਤ ਕਰਕੇ ਨਾ, ਅਤੇ ਉਹ ਦਿਨ ਤੈਨੂੰ ਚੇਤੇ ਨਹੀਂ ਰਿਹਾ। ਅਤੇ ਫਿਰ ਕਹਿੰਦੇ ਕੱਲ੍ਹ ਨੂੰ ਵੀ ਹਾਲਤ ਐਸੀ ਹੋਣੀ ਹੈ। ਇਸ ਸ਼ਬਦ ਦੇ ਰਾਹੀਂ ਜੋ ਗੱਲਾਂ ਬੜੀਆਂ ਸੱਟਾਂ ਮਾਰੀਆਂ ਕਬੀਰ ਸਾਹਿਬ ਜੀ ਨੇ, ਸਾਡਾ ਮਨ ਕਿਤੇ ਜਾਗ ਉੱਠੇ, ਸਾਡੀ ਜ਼ਮੀਰ ਕਿਤੇ ਜਾਗ ਜਾਏ, ਕਿਤੇ ਅੰਦਰਲਾ ਜਾਗ ਜਾਏ ਜਿਹੜਾ ਸੁੱਤਾ ਹੋਇਆ। ਪਹਿਲੇ ਬੰਦ ਵਿੱਚ ਭਗਤ ਜੀ ਕਹਿਣ ਲੱਗੇ, ਕਹਿੰਦੇ ਜਬ ਜਰੀਐ ਤਬ ਹੋਏ ਭਸਮ ਤਨ। ਤੈਨੂੰ ਪਤਾ ਕਿ ਜਿਸ ਦਿਨਾਂ ਤੂੰ ਪ੍ਰਾਣ ਤਿਆਗ ਦੇਂਗਾ, ਤੇਰੇ ਸਰੀਰ ਨੂੰ ਚਿਖਾ 'ਤੇ ਰੱਖ ਕੇ ਸਾੜਿਆ ਜਾਏਗਾ। ਤੇਰੀ ਹਸਤੀ ਕੀ ਇੱਕ ਮੁੱਠੀ ਦੀ ਸੁਆਹ, ਇੱਕ ਮੁੱਠੀ ਦਾ ਹੋ ਜਾਏਗਾ। ਜਿਸ ਤਨ ਦਾ ਤੂੰ ਗੁਮਾਨ ਕਰ ਰਿਹਾ, ਧਨ ਦਾ ਗੁਮਾਨ ਕਰ ਰਿਹਾ, ਪਦਾਰਥਾਂ ਦਾ ਗੁਮਾਨ ਕਰ ਰਿਹਾ, ਜਿਸ ਦਿਨਾਂ ਚਿਖਾ 'ਤੇ ਰੱਖ ਕੇ ਸਾੜ ਦੇਣਾ ਨਾ, ਉਸ ਦਿਨਾਂ ਕੇਵਲ ਇੱਕ ਸੁਆਹ ਦੀ ਮੁੱਠੀ ਹੈ ਤੂੰ। ਤੇਰੀ ਹਸਤੀ ਕੋਈ ਵੱਡੀ ਨਹੀਂ ਹੈ, ਬਸ ਸੁਆਹ ਦੀ ਮੁੱਠੀ ਹੈ। ਇੱਕ ਮੁੱਠੀ ਵਿੱਚ ਤੇਰਾ ਸਾਰਾ ਸਰੀਰ ਆ ਜਾਏਗਾ। ਕੀ ਹੈ ਦੱਸ? ਤੇ ਰਹਿ ਕਰਮ ਦਲ ਖਾਈ। ਜੇ ਤੈਨੂੰ ਕਬਰ ਦੇ ਵਿੱਚ ਟਿਕਾ ਦਿੱਤਾ ਗਿਆ, ਕਬਰ ਵਿੱਚ ਦਫਨਾ ਦਿੱਤਾ ਗਿਆ, ਤੇ ਫਿਰ ਤੂੰ ਚੰਦ ਕੀੜਿਆਂ ਦੀ ਖੁਰਾਕ ਹੈ। ਦੱਸ ਕੀ ਹੈ ਤੇਰਾ ਜੀਵਨ? ਜੇ ਤੈਨੂੰ ਕਿਤੇ ਕਬਰ ਦੇ ਵਿੱਚ ਦਫਨਾ ਦਿੱਤਾ ਗਿਆ ਤੇ ਤੂੰ ਚੰਦ ਕੀੜਿਆਂ ਦੀ ਖੁਰਾਕ ਹੈ। ਜੇ ਤੈਨੂੰ ਸਾੜ ਦਿੱਤਾ ਗਿਆ ਤੇ ਤੂੰ ਕੇਵਲ ਇੱਕ ਸੁਆਹ ਦੀ ਮੁੱਠੀ ਹੈ। ਹੋਰ ਹੈ ਕੀ ਤੇਰੇ ਜੀਵਨ ਦੇ ਵਿੱਚ, ਜਿਸ ਗੱਲ ਦਾ ਤੂੰ ਹੰਕਾਰ ਕਰਦਾ ਫਿਰਦਾ, ਅਕੜਿਆ ਫਿਰਦਾ ਜੀਵਨ 'ਚ? ਗੁਰਬਾਣੀ ਅੰਦਰ ਨੂੰ ਝੰਜੋੜ ਕੇ ਰੱਖਦੀ। ਬਾਕੀ ਹੈ ਤਾਂ ਇਹੀ ਹੈ। ਕੋਈ ਬੰਦਾ ਅਕੜਿਆ ਫਿਰਦਾ ਅਤੇ ਜਦੋਂ ਉੱਥੇ ਚਿਖਾ 'ਤੇ ਰੱਖ ਕੇ ਸਾੜ ਦਿੰਦੇ ਹਨ ਅਤੇ ਕੁਛ ਵੀ ਨਹੀਂ। ਅਗਲੇ ਦਿਨ ਜਾ ਕੇ ਵੇਖੋ ਤਾਂ ਸਭ ਖਤਮ।
की होंद है बंदे दी, की हस्ती है बंदे दी। तो भगत कबीर साहब कहते जे कबर विच दफना दईए ना तो तू चंद कीड़ियां दी खुराक है, रह करमदल खाई, कीड़े तैनू खा जाणगे। पाओ कि कीड़ियां दा जिहड़ा दल है ना वो तैनू खा जाता है, चंद कीड़ियां दी खुराक शरीर बन जाता है, होर कुछ भी नहीं। फिर कहन लगे, कहने देख काची गागर नीर परत है, या तन की यह वडाई। जिमें कच्छे घड़े विच पानी पैंदा है ते घड़ा कहते गल के पानी बाहर निकल जाता है, कहते यही जीवन का हाल है। ताई भगत कबीर साहब ने होर थावां ते भी जिक्र किया, कहना कि कहाँ विसासा इस भांडे का, इतनक लागे ठनका, आगे को कुछ तुल्हा बांधो, क्या भरवासा तन का। की भरोसा है तन का, अगे नूं कोई तुल्हा बन लै, कोई बेड़ी तैयार कर लै, तू तो जीवन दे विच सुचेत ही नहीं हो रहा। महाराज कहते बेड़ा बंध ना सकियो बंधन की बेला। भगत बाबा शेख फरीद जी कहते कि जो बेड़ा बन्नण का समा तेरे कोल, तू बेड़ा ही नहीं बनता। तैनूं पता पर सरोवर जब उछले तब तरन दुहेला, जो सरोवर नको नक भर जाएगा उस वेले तेरे को तरिया नहीं जाना। तो हुण बेड़ा बन्नण का समा है, पाओ कि जीवन नूं सफला करन दा समय है। जीवन दे विच ओ कर्म करने चाहिए जिस कर्म दे नाल तेरा रब खुश हुंदा है, गुरु की कृपा प्राप्त होंदी है, जीवन सफला हुंदा है। पर तू उस पासे ध्यान ही नहीं कर रहा। इस तू कच्चे घड़े दी न्याई है तेरा जीवन। आओ कि कच्चे घड़े विच पानी पैंदा है, घड़ा जिहड़ा वो गल जाता है, पानी बाहर निकल जाता है। तिवें श्वास मुक जान ते शरीर विचों जिंद निकल जाती। जो श्वास पूरे हो गए ना, जिंद निकल जाती है। जिंद पावर शक्ति जिहड़ी काम कर रही सी, श्वास पूरे हो गए जदों, जिहड़ी हवा चल रही सी, जिस हवा के आसरे थम्मी जी दिती हुई सी, उसके आसरे चल रहे सन। जल की पीत पवन का थंबा, रक्त बूंद का गारा, हाड मास नाड़ी को पंजर, पंखी वसै विचारा, प्राणी क्या मेरा क्या तेरा, जैसे तरवर पंख बसेरा। यह है जीवन की असलियत है सारी। कभी विचार करके देख, भगत जी कहते इस गल दे उत्ते कभी विचार कर। कभी जीवन विच ये भी विचार कि जिमें श्वास मुक जान ते कहते ये जिंद निकल जाती है, यह तन की यह वडाई। इस शरीर का इतना को ही मान है जितना कच्चे घड़े का। कच्चे घड़े तो ज़्यादा मान नहीं शरीर का, कच्चे घड़े तो ज़्यादा नहीं शरीर तेरा। पर मनुख हंकार करता है। एक विद्वान दे मैं बोल पढ़ रहा सी, कहता है, कहते आदमी का जिस्म क्या है जिस पे सैदा है जहाँ। कहते बंदे का जिस्म की है, इस जिस्म नूं प्राप्त करके ये सदाई होया फिरदा है, बड़ा खुश होंदा है। मनुखा शरीर मेरे कोल है, मेरे बारे तुसीं जानते नहीं, मैं ये कर दांगा, मैं वो कर दांगा। इस कच्चे घड़े दे न्याई मिले हुए शरीर दा कहते एडा गुमान मनुख करदा है। आदमी का जिस्म क्या है जिस पे सैदा है जहाँ, एक मिट्टी की इमारत एक मिट्टी का मकान। खून इसमें गारा है और ईंटें इसमें हड्डियाँ, चंद श्वासों पर खड़ा है एक ख्याली आसमां। मौत की पुरजोर हनेरी जब इससे टकराएगी, देख लेना ये इमारत चूर चूर हो जाएगी। जब मौत ने आना ना, अस तेरे शरीर ने उहदे सामने टिकना नहीं है, भावें जितने मर्जी तू जतन किए जीवन विच। बाबा फरीद जी तो इत्थे तक कहते ने, कहने मलकल मौत जां आवसी सब दरवाजे पन। जो मौत ने आना सारे ही दरवाजे तोड़ देने, भावें तू धन का दरवाज़ा लाया है, परिवार का लाया है, घर का लाया है, बड़ियां सेफ्टियां रखदा मनुख, बड़ी सिक्योरिटी रखदा, बड़ा कुछ कर, मौत ना आ जाए किते, सिक्योरिटी खड़ी रहिंदी, पता लगता अंदर तो काम हो गया। बड़ा घर बनांदा है, खुला कुत्ते रखदा है, बाहरों बंदे ना आ जान मारन वास्ते। जब मौत आती है कुत्ते भी रह जाते ने, सिक्योरिटी भी खड़ी रह जाती है, धन बैंकां भरियां हुई भी बीमार होवांगा हस्पताल वधिया जावांगा, हस्पताल तक नहीं पहुँच पाता।
कहते इस कच्चे घड़े की न्यायीए तेरा जीवन क्यों मान करना है। यह आ तन की यह है वडाई। भगत जी कहते ने, कहते इस शरीर का इतना को मान है जितना कच्चे घड़े का, होर कुछ भी नहीं है। एवं हंकारिया फिरदा है, मान करदा फिरदा है अपने जीवन तो। फिर अगले वचन कीते, कहन लगे ज्यों मद माखी त्यों सठोर रस जोर जोर तन किया। आखन लगे जिमें मक्खी फुल्लां दा रस जोड़ जोड़ के शहद इकट्ठा कर दी है। एक फुल ते बहती है, दूजे फुल ते बहती है, तीजे फुल ते बहती है, तो वो फुल्लां दे विचों रस लै लै के मकरंद लै लै के वो शहद इकट्ठा कर दी है। ज्यों मधमाखी त्यों सठोर रस जोर दो तन किया। ते में ही मूर्ख बंदे ने कहते ने संसार दे विच सरफे कर करके, ठगियां मार मार के, होर काम कर करके कहते तन जोड़िया, पर आखिर की होया। बंदा बड़ा कुछ करता है, बड़े तरीक़ों के नाल धन इकट्ठा करता है। भगत कबीर साहब जी कहते हैं कि धन इकट्ठा कर रहा कि मनुख ठगियां मारिया, बोहो परपंच कर परदन लियावै। परपंच कहता ठगी मार के, चलाकियां दे नाल परपंच करना। परपंच कहते ठगी नूं। बहु परपंच कर परदन लियावै, सुधदार आपै आन लुटावै। मन मेरे भूले कपट न कीजै, अंत निवेरा तेरे जी पै लीजै। छिन छिन तन छीजै जरा जनावै, तब तेरी ओक कोई पानियों न पावै। कह कबीर कोई नहीं तेरा, हृदय राम की न जपै सवेरा। कई बंदे तुसी देखोगे ना, वो तन जोड़ते रहते ने, अपने शरीर को चलाने वास्ते भोजन भी नहीं कर पाते। 2-3 साल पहली घटना मैं बॉम्बे की सुन रहा सी। कहते एक मंगण वाला सी, ते मंगते नूं उसने एक ठिया बनाया सी अपना, ते कोई रोटी दे आंदा सी ते खा लैंदा सी। सवेर तो शाम तक हज़ारां ही रुपए कमांदा सी। कहते 2-3 दिन कोई रोटी देने वास्ते नहीं आया, रोटी नहीं खाधी, भुखे रह के मौत हो गई, मर गया। तो जदों जिथे वो बहंदा सी ठिया सी, थले पुटिया तो 1 करोड़ तो वध रुपए उहदे थले ठिए दे निकले सन। स्टोर कर लिया पैसे नूं, अपने वास्ते बर्तन भी नहीं वरत्या भी नहीं। जिन्होंने मार कहने सो मैं तन राखण को दिया, मुगद कह तन मेरा। है मंगता है पर कह रहा तन मेरा, मैं मंग के इकट्ठा किया, अपने बर्तन वास्ते दिता तन है, पर वो कह रहा नहीं मेरा है। इकट्ठा कर करके रखता रहा। 2-3 दिन कोई रोटी देने नहीं आया, अपनी रोटी वास्ते उस पैसे विचों अपने वास्ते खर्च नहीं कर सके। यह है मनुख का धन जोड़न का तरीका। बंदा कहता नहीं 100 रुपये हो गए, हुण रोटी पानी नहीं खानी, कोई नहीं भुखे रह जावांगे। ये नहीं पता असी धन कमा किस वास्ते रहे, सहूलतां वास्ते ना, तन जोड़न वास्ते नहीं है, इकट्ठा करने वास्ते नहीं, तन वरतन वास्ते है। पर मनुख मधुमक्खी की तरह ना उन्होंने इकट्ठा करी जाता है। भाई गुरदास जी कहते जो मधुमक्खी सींच सींच कर एकत्र करे, हाय आए मधुकर। कहते जो मक्खियां दे रस नूं चोण वाला आउंदा है, जिहड़ा सिंच सिंच के मधुमक्खियां ने कहते शहद इकट्ठा किया होंदा सी। कहते मधुमक्खियां नूं पासे करके शहद चुनदा ते चो के चल पैंदा है, ते वो देखदियां रह जांदियां भी असीं ते अपने बर्तन वास्ते इकट्ठा कीता सी। जिहड़ी उदाहरण दे रहे ना कबीर साहब इत्थे, उन्हां दा मकसद ही यह है, कहते जैस ज्यों मधमाखी त्यों सटोर रस जोर जोर तन किया। जिवें मधुमक्खियां शहद इकट्ठा करदियां, सटोर करदियां, छत्ते दे अंदर इकट्ठा कर लैंदियां, और इस करके करदियां। और सारियां च एका बड़ा है, सारियां दी विचार ये हुंदी भी आपां इकट्ठे होके इस रस नूं पहलां इकट्ठा कर लईए, फिर आपां सारे इकट्ठे होके इस रस नूं माणांगे।
रस का स्वाद लवांगे। मधुमक्खियां रस का स्वाद लैण वास्ते इकट्ठिया करदियां, पर विचारियां नूं स्वाद मिलता नहीं। कहते मधुकर आउंदा है, शहद चुंदा है, चल पैंदा है। इस तरह ही मनुख धन जोड़दा है। कई बारी बंदा कहता बाद विच जाके सुख लांगे, पहला इकट्ठा कर लईए, बाद च वरतांगे ना। तो भगत जी कहते ने, कहते मनुख जिहड़ा है ये धन जोड़दा है, पर आखिर नूं ये बेगाना हो गया। कदों? मरती वार लियो लियो करिए, बहुत रैन को दिया, रैन क्यों दिया। कहते जदों मौत आई तो सब यही आखते सन, कहना लै चलो लै चलो। जिस तन नूं इकट्ठा किया सी, वो तो बेगाना हो गया मौत आन ते। जिसनों कहता सी आराम नाल वरतांगा, मेरे अगे काम आएगा, बड़ा प्यार करता सी, एक एक पैसा जोड़ के रखता सी। एक गल याद रखना, पैसा कमाना, उसनों जोड़ना कोई माड़ी गल नहीं है, पर सानू उन्होंने बरतन की कला भी सीखनी चाहिए गुरु कोलों। साडे उस्ताद जी कहते पैसा कमाना चंगी गल है, पर सब तो चंगी गल है पैसे नूं वरतना, और सही थां ते वरतना। पैसा कमाना कोई माड़ी गल नहीं है, पर उसनूं वरतन की जाच सीखनी है। जीवन च आपां कित्थे वरतना है और किस तरह वरतना, जिहदे नाल साडा जीवन सौखा होवे। आपां धन कमा तां लैंदे, धन गुरु रामदास महाराज कहते कि मनुख की एक हालत है, कहते धर्म अर्थ किछ खर्च ना सकै। बंदा जो धर्म अर्थ ये खर्च नहीं करता। धर्म अर्थ की होया? पाओ कि परोपकार वास्ते। जिथे पैसे के राही ये कमा के परोपकार कर सकता है, किसी का भला कर सकता है, धर्म अर्थ किछ खर्च ना सकै। जैत श्री राग के अंदर गुरु रामदास महाराज के बचन ने कि ये धर्म अर्थ खर्च नहीं करता। और फिर की होंदा भी एकदम मौत आ जाती है, फिर वो सारा इत्थे रखिया रह जाता। जे खर्च भी करता है तो उसनूं गलत पासे खर्च करता है, माड़े कामों में खर्च करता, बुराइयां वास्ते खर्च करता है। तन कोई माड़ा नहीं है, तन की वरतों माड़ी है, तन कोई माड़ा नहीं। इस करके इसनूं वरतना सीखना है। जिसनों तू कहने सटोर रस कर रहा सी, जोड़ रहा सी, पता तैनूं? कबीर साहब कहन लगे, कहते बंदे ने धन जोड़िया, पर आखिर मौत आई तो यह बेगाना हो गया जो जोड़ के इकट्ठा करके रखा है सी। जिहदे नाल ये जीवन नूं सौखा कर सकदा सी। जीवन की जो सहूलतां ने, जीवन में जिहड़ी जरूरतां ने, उन्होंने पूरियां कर सकदा सी, पर वो जरूरतां भी पूरियां नहीं कीतियां। वो सहूलतां जो लैणियां चाहिए वो भी प्राप्त ना कीतियां, सगों जोड़ जोड़ के इकट्ठा करता रहा। तो फिर जिन्हां वास्ते इकट्ठा किया, जो मकसद नाल इकट्ठा किया, क्योंकि बंदा कहता मेरे बच्चों के काम आएगा, मेरे बच्चे वरतणगे। जिन्हां बच्चों वास्ते बंदा इकट्ठा करता, जिन्हां वास्ते कहता भी काम आएगा, वो की कहते हैं मरती वार लियो लियो करिए। जदों बंदा मर जाता है वो कहते लै चलो लै चलो। हुण ये बीत चुकिया, पाहु मर चुकिया। हुण भूत रैन क्यों दिया? भूत अर्थ है भूत काल जिहड़ा बीत चुकिया। हुण पहला सी, उन्हां दे विच कुछ नहीं है, उस तो ही बनया भी भूत बन गया। हुण इहदा रखण दा कोई लाभ नहीं। उसनूं गुरु तेग बहादुर महाराज ने अपनी बाणी जिक्र किया कि प्रीतम जान लेहो मन माही, अपने ही सुख सो सब लागे, को काहू को नाही। सुख में आन बहुत मिल बैठत, रहत चहुँ दिस केरै, विपत परी सभी संग छाड़त, को न आवत ना रह नेरै। घर की नार बहुत ही जासो, सदा रहत संग लागी, जब ही हंस तजी एक काया, प्रेत प्रेत कर भागी। यह विद को व्यवहार बनियो है, जासो नेह लगायो, अंत वार नानक बिन हर जी को काम न आयो। जगत में झूठी देखी प्रीत, अपने ही सुख सो सब लागे, क्या दारा क्या मीत। भुलेखे च जी रहा। गुरु साहब कहते तू असल दे विच ये सारे संबंध
अपने मोह के संबंध ने, अपने सुखों के संबंध ने। कबीर साहब कहते जिन्हों के वास्ते कहता सी मैं इकट्ठा कर रहा, कहते मौत आने तो सब तो पहला यही सारे कहते ने कि लै चलो ये बीत चुकया है, मर चुकया है, बहुता चिर घर रखने का कोई लाभ नहीं। ये भी वचन कबीर साहब ने किए। कहते ने जब लग तेल दीवे मुख बाती, तब सूझे सब कोई, तेल जले बाती ठहरानी, सोना मंदिर होई रे बोरे, तो एक घरी न राखे कोई, तू राम नाम जब सोई। काकी मात पिता कहो काको, कवन पुरख की जोई, कठ कूटे कोई बात न पूछे, काढो काढो होई। सारे कहते छेती करो, काढो काढो होई। ऐसे कह रहे हैं कबीर साहब, लिहो लिहो करिए बहुत रैन क्यों दिया। हुण जो ये बीत चुके है तो हुण घर दे विच बहुता समा रखण दा लाभ नहीं है, हुण छेती करो। वही कहते हैं घर दे सज्जन। फिर अगले वचन किए कबीर साहब जी ने, कहते जो जिन्हां दे नाल तेरा मोह लग्या, तैनूं होर दस दिना, दिहोरी लो वरी नार संग पही, घर दी दहलीज तक बोहटी मुरदे दे नाल जांदी है, दहलीज तक, दरवाजे तक। दिहोरी लो वरी नार संग पही, घरवाली जिहड़ी दिहोरी पाओ दहलीज तक, आगे सज्जन सुहेला, ते अगां सज्जन मित्र चुक लैंदे ने। मरगट लो सब लोग कुटुंब पहो, मरगट का अर्थ है शमशान घाट तक। कहते ने परिवार के बंदे ते होर लोग जाते हैं। पर अगले वचन बड़े कमाल दे कीते, कहते आगे हंस अकेला। अगली यात्रा बारे कभी सोचा कर, पर लोक विच पाओ जीव आत्मा इकली जाती, पाओ कि इत्थों अगे जा जीव आत्मा का सफ़र इकल्ले ही है, कोई साथी नहीं है। जिन्हां साथियां करके परमेश्वर नूं भुलाया, शुभ कर्मां नूं भुलाया, नाम नूं भुलाया, जिन्हां विच फस के तुहानूं रब चेते नहीं आया, हुण विचार करके वेख। भगत जी कहते ने अगे ये हंस इकल्ला ही जाता है, क्योंकि ये जिहड़े रिश्ते नाते ने ना, गुरु अर्जन देव जी महाराज कहते मात पिता बनता सुत बंदब इष्ट मीत अर भाई, पूरब जन्म के मिले संजोगी, अंत को ना साही। अंत वेले कोई किसी का मददगार नहीं है, सहायता करने वाला नहीं, कोई साथी नहीं है। इतनी जी कहानी है कहते महाराज। पाओ कि घर की बाहरली दहली तक घरवाली मुर्दे नाल जाती है, अगां सज्जन मित्र चुक लैंदे ने, मसाना तक परिवार के बंदे ते होर लोग जाते ने। पर अगला सफ़र जीव आत्मा नूं आप ही तय करना पैंदा, जीव आत्मा कल्ली रह जाती है। फिर कहन लगे भगत जी, कहते ये तेरे जीवन की कहानी है, जिहड़ा तू जिन्हां च फस के जिन्हां दा हंकार करदा सी, मेरे पुत्र, मेरे भरा, मेरी घरवाली, मेरे बच्चे, मेरा घर, मेरा धन, जिस धन का तू हंकार करदा सी, फुलिया फिरदा सी, वो धन तेरे कम आया किते, वो परिवार किते कम आया जिस दे विच इतना गुमान सी तेरे जीवन च, जिन्हां चीज़ों का। ये सारिया चीज़ों की व्याख्या कर दी कबीर साहब जी, भी जिन्होंने तू समझदा सी देख वही तैनूं छड्डण वास्ते चले गए, जिन्हां दे करके धन इकट्ठा कर रहा सी, मरन दे सार दे गुरु साहब ने तो इत्थे तक लिखा, कबीर साहब के वचन ने, खसम मरै तो नार न रोवै, उस रखबारा और होवै। गोंड राग का शब्द है कबीर साहब जी का, कि जो मालक बन जाता ना प्रॉपर्टी का, धन का, जिसके असीं मालक हाँ, नार इस्त्री प्रॉपर्टी, भावें सोना चांदी घर बार, जो उसका मालक मर जाता तो वह प्रॉपर्टी नहीं रोंदी किसी को, कि कार कदी थोड़ी रोंदी है भी मेरा मालक चला गया। कोई घर रोंदा कदी भी मेरे मालक ने बड़ा जतन किया सी, दिन रात एक करके मकान, नीयां बड़ियां डूंघियां पुट्टियां सन, गहरी करके नींव खुदाई, ऊपर मंडल छाए किए सी इन्हें। रोंदा मकान किसी को, सोना रोंदा, डॉलर पए हुए या पैसे पए हुए बैंकों च रोंदे तैनूं जिद्दां तू मालक सी। महाराज ने कि गल गुरबाणी दस दी, खसम मरै तो नार ना रोवै,
ਆਓ ਤੇਰੀ ਪ੍ਰੋਪਰਟੀ ਤੇ ਤੈਨੂੰ ਭੁਲੇਖਾ ਹੋਏ ਨਾ, ਉਸ ਰਖਵਾਰਾ ਉਰੋ ਹੋਵੇ, ਉਸਦੀ ਰਾਖੀ ਕਰਨ ਵਾਲਾ ਹੋਰ ਬਣ ਜਾਂਦਾ ਹੈ। ਕਿਹਦਾ ਪੁੱਤਰ ਬਣ ਜਾਂਦਾ ਹੈ, ਕਿਹਦੀ ਧੀ ਬਣ ਜਾਂਦੀ ਹੈ। ਜੇ ਉਹ ਨਹੀਂ ਤਾਂ ਭਰਾ ਬਣ ਜਾਂਦੇ ਨੇ, ਰਿਸ਼ਤੇਦਾਰ ਬਣ ਜਾਂਦੇ ਨੇ। ਜੇ ਉਹ ਵੀ ਨਹੀਂ ਤਾਂ ਫਿਰ ਬਾਅਦ ਵਿੱਚ ਸਰਕਾਰ ਆਪਣੇ ਅੰਡਰ ਕਰ ਲੈਂਦੀ ਹੈ। ਰਾਖੀ ਕਰਨ ਵਾਲਾ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਨਾ। ਉਸ ਦਾ ਰਾਖਾ ਹੋਰ ਬਣ ਜਾਂਦਾ ਹੈ। ਜੇ ਧੰਦਾ ਤੈਨੂੰ ਐਡਾ ਗੁਮਾਨ ਸੀ, ਜਿਸ ਕਰਕੇ ਤੂੰ ਅਹੰਕਾਰ ਵਿੱਚ ਵਿਚਰਦਾ ਸੀ, ਸੰਸਾਰ ਦੇ ਵਿੱਚ ਫੁੱਲਿਆ ਫਿਰਦਾ ਸੀ। ਇਹ ਹੈ ਜੀਵਨ ਦੀ ਕਹਾਣੀ। ਕਬੀਰ ਸਾਹਿਬ ਕਹਿੰਦੇ ਨੇ, ਫਿਰ ਕਹਿਣ ਲੱਗੇ ਅਗਲੇ ਬਚਨਾਂ ਵਿੱਚ, ਕਹਿਤ ਕਬੀਰ ਸੁਣੋ ਰੇ ਪ੍ਰਾਣੀ। ਕਬੀਰ ਸਾਹਿਬ ਆਖਦੇ ਨੇ, ਹੇ ਭਾਈ, ਹੇ ਪ੍ਰਾਣੀ ਸੁਣ। ਪਰੇ ਕਾਲ ਗ੍ਰਸ ਕੂਆ, ਉਸ ਖੂਹ ਵਿੱਚ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ। ਕਹਿੰਦੇ ਉਸਦੇ ਵਿੱਚ ਤੂੰ ਗ੍ਰਸਿਆ ਹੋਇਆ, ਉਹਦੀ ਪਕੜ ਵਿੱਚ ਹੈ, ਉਹਦੀ ਪਕੜ ਵਿੱਚ ਜ਼ਿੰਦਗੀ ਜੀ ਰਿਹਾ। ਤੇ ਕਹਿਣਗੇ ਝੂਠੀ ਮਾਇਆ ਆਪ ਬੰਧਾਇਆ। ਇਹ ਜਿਹੜੀ ਝੂਠੀ ਮਾਇਆ ਸੀ, ਨਾਸਵੰਦ ਜਿਹੜੀ ਮਾਇਆ ਸੀ, ਆਪਣੇ ਆਪ ਨੂੰ ਇਸ ਮਾਇਆ ਦੇ ਮਗਰ ਲਾ ਕੇ ਆਪਣਾ ਜੀਵਨ ਹੀ ਗਵਾ ਲਿਆ। ਆਪ ਬੰਧਾਇਆ, ਆਪਣੇ ਆਪ ਨੂੰ ਬੰਧਨਾਂ ਵਿੱਚ ਬੰਧ ਲਿਆ। ਇਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਦਾਂ ਲਿਖਿਆ ਬਾਣੀ 'ਚ, ਕਹਿੰਦੇ ਮਨ ਰੇ ਕੋਨ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਨਰ ਕੋ ਧਾਇਆ। ਅੰਤ ਸੰਗ ਕਾਹੂ ਨੀ ਦੀਨਾ, ਬਿਰਥਾ ਆਪ ਬੰਧਾਇਆ। ਆਪਣੇ ਆਪ ਨੂੰ ਬੇਅਰਥੀ ਬੰਧਨਾਂ ਵਿੱਚ ਬਣ ਕੇ ਰੱਖਿਆ। ਕਈ ਵਾਰੀ ਅਸੀਂ ਆਪਣੇ ਆਪ ਨੂੰ ਆਪ ਹੀ ਬੰਧਨਾਂ 'ਚ ਬੰਨ ਲੈਂਦੇ ਹਾਂ। ਬੰਧਨ ਹੁੰਦੇ ਨਹੀਂ, ਪਰ ਉਹਨਾਂ ਬੰਧਨਾਂ ਨੂੰ ਅਸੀਂ ਖੜੇ ਕਰ ਲੈਂਦੇ, ਬੰਧਨ ਬਣਾ ਲੈਂਦੇ ਹਾਂ। ਬੰਧਨਾਂ ਵਿੱਚ ਆਪਣੇ ਆਪ ਨੂੰ ਜਕੜ ਲੈਂਦੇ ਹਾਂ। ਮੁਕਤੀ ਦਾ ਰਸਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾਣਿਆ ਨਹੀਂ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋੜਨ ਕੋ ਧਾਇਆ। ਤਨ ਜੋੜਨ ਵਾਸਤੇ ਦੌੜਦਾ ਰਿਹਾ। ਅੰਤ ਸੰਗ ਕਾਹੂ ਨਹੀਂ ਦੀਨਾ, ਅੰਤ ਵੇਲੇ ਉਸ ਧਨ ਨੇ ਸਾਥ ਨਹੀਂ ਦਿੱਤਾ। ਬਿਰਥਾ ਆਪ ਬੰਧਾਇਆ, ਬੇਅਰਥੀ ਆਪਣੇ ਆਪ ਨੂੰ ਬੰਧਾ ਕੇ ਰੱਖਿਆ, ਬੰਧਨਾਂ ਵਿੱਚ ਬੰਨ ਲਿਆ। ਨਾ ਹਰ ਭਜਿਓ ਨਹਿ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਘਟ ਹੀ ਮਾਹਿ ਨਿਰੰਜਨ, ਤੇਰਾ ਤੈ ਖੋਜਤ ਉਦਿਆਨਾ। ਉਹ ਰੱਬ ਨੂੰ ਤੂੰ ਖੋਜ ਵੀ ਰਿਹਾ ਨਾ, ਤੇ ਤੇਰੀ ਸਾਰੀ ਖੋਜ ਧਨ ਦੇ ਆਸਰੇ 'ਤੇ, ਗੁਸਤਾਖੀ ਮਾਫ਼ ਕਰਨਾ। ਧਰਮ ਨੂੰ ਵੀ ਬੰਦਾ ਧਨ ਦੇ ਆਸਰੇ 'ਤੇ ਪ੍ਰਾਪਤ ਕਰਨਾ ਚਾਹੁੰਦਾ, ਆਪਣੀ ਪਦਵੀ ਦੇ ਆਸਰੇ 'ਤੇ ਧਰਮ ਕਮਾਉਣਾ ਚਾਹੁੰਦਾ ਹੈ। ਧਰਮ ਵੀ ਆਪਣੀ ਪਦਵੀ 'ਤੇ ਕਮਾਉਣਾ ਚਾਹੁੰਦਾ ਹੈ। ਧਰਮ ਦੇ ਉੱਤੇ ਵੀ ਇਹ ਠੇਕੇਦਾਰ ਬਣ ਕੇ ਬਹਿਣਾ ਚਾਹੁੰਦਾ ਹੈ, ਆਪਣਾ ਕਬਜ਼ਾ ਕਰਦਾ ਧਰਮ ਦੇ ਉੱਤੇ ਵੀ। ਧਰਮ ਕਮਾਉਂਦਾ ਨਹੀਂ, ਧਰਮ 'ਤੇ ਕਬਜ਼ਾ ਕਰਨ ਦਾ ਯਤਨ ਕਰਦਾ। ਇਹ ਮਨੁੱਖੀ ਫਿਤਰਤ ਹੈ। ਬੰਦਾ ਸੋਚਦਾ ਵੀ ਮੇਰੇ ਕੋਲ ਧਨ ਬਹੁਤ ਹੈ, ਧਨ ਦੇ ਆਸਰੇ 'ਤੇ ਮੈਂ ਧਰਮ ਕਮਾ ਲਾਂਗਾ। ਮੈਂ ਬੇਨਤੀ ਕਰਾਂ, ਧਰਮ ਜਿਹੜਾ ਉਹ ਧਨ ਦੇ ਆਸਰੇ 'ਤੇ ਨਹੀਂ ਕਮਾਇਆ ਜਾ ਸਕਦਾ। ਧਨ ਦੇ ਆਸਰੇ 'ਤੇ ਧਾਰਮਿਕ ਲੋਕਾਂ ਨੂੰ ਖੁਸ਼ ਕੀਤਾ ਜਾ ਸਕਦਾ, ਪਰ ਧਰਮ ਦੀ ਵਿਚਾਰਧਾਰਾ ਜੀਵਨ 'ਚ ਨਹੀਂ ਟਿਕ ਸਕਦੀ। ਧਾਰਮਿਕ ਲੋਕ ਖੁਸ਼ ਹੋ ਸਕਦੇ ਹਨ। ਤੂੰ ਕਿਸੇ ਨੂੰ ਧਨ ਦੇ ਦੇਂਗਾ, ਉਹ ਤੇਰੇ ਗੁਣ ਗਾ ਸਕਦੇ ਵੀ ਬੜਾ ਗੁਰਮੁਖ ਪਰਿਵਾਰ ਹੈ। ਮੈਂ ਬੜੇ ਦੇਖੇ ਇੱਦਾਂ ਦੇ ਲੋਕ ਸੰਸਾਰ ਵਿੱਚ, ਇਸ ਸਫ਼ਰ ਦੇ ਵਿੱਚ, ਗੁਰਮਤਿ ਵਿਚਾਰਧਾਰਾ ਦੇ ਸਫ਼ਰ ਵਿੱਚ ਜਦੋਂ ਤੋਂ ਦਾਸ ਤੁਰਿਆ ਨਾ, ਤੇ ਬੜੇ ਲੋਕ ਦੇਖੇ ਨੇ ਜਿਹੜੇ ਉਹ ਇਸ ਤਰ੍ਹਾਂ ਸੋਚਦੇ ਵੀ ਸ਼ਾਇਦ ਇਸ ਢੰਗ ਦੇ ਨਾਲ ਧਰਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਔਰ ਉਹ ਇਸ ਗੱਲ ਤੋਂ ਖੁਸ਼ ਹੋ ਜਾਂਦੇ ਨੇ ਕਿ ਜਦੋਂ ਕੋਈ ਸਾਧ ਸੰਤ ਮੇਰੇ ਵਰਗਾ, ਜਦੋਂ ਬੰਦੇ ਕਿਤੇ ਜਾਈਏ ਨਾ, ਤੇ ਬੰਦੇ ਨੂੰ ਏਅਰਪੋਰਟ 'ਤੇ ਲੈ ਕੇ ਆ ਜਾਣ, ਬੰਦੇ ਨੂੰ ਕਹਿਣ ਫੋਨ ਕਰਕੇ ਵੀ ਤੁਸੀਂ ਆਉਣਾ, ਵੀ ਸਾਡੇ ਘਰ ਰੁਕ ਜਾਣਾ, ਤਾਂ ਬੰਦਾ ਸਮਝਦਾ ਵੀ ਇਹ ਬੰਦਾ ਬੜਾ ਧਰਮੀ ਹੈ। ਮੈਨੂੰ ਏਅਰਪੋਰਟ 'ਤੇ ਲੈ ਕੇ ਆਇਆ, ਮੈਨੂੰ ਆਪਣੇ ਘਰ ਵਿੱਚ ਰੱਖਿਆ। ਫਿਰ ਗੁਰਦੁਆਰੇ ਜਾ ਕੇ ਜਿਤਨਾ ਚਿਰ ਰਹਿੰਦਾ ਉਹਨਾਂ ਚਿਰ ਉਸ ਪਰਿਵਾਰ ਦੇ ਗੁਣ ਗਾਈ ਜਾਂਦਾ, ਸੋਹਲੇ ਪੜ੍ਹੀ ਜਾਂਦਾ। ਬੜਾ ਗੁਰਮੁਖ ਪਰਿਵਾਰ ਹੈ, ਬੜਾ ਨਿਤਨੇਮੀ ਪਰਿਵਾਰ ਹੈ, ਬੜਾ ਸੇਵਾਦਾਰ ਪਰਿਵਾਰ ਹੈ। ਔਰ ਉਹ ਬੰਦਾ ਜਿਹੜਾ ਜਿਹਨੇ ਸੇਵਾ ਕੀਤੀ, ਉਸ ਗੱਲੋਂ ਹੀ ਖੁਸ਼ ਹੈ ਵੀ ਵਾਹ ਮੇਰੀ ਬੱਲੇ ਬੱਲੇ ਹੋ ਗਈ, ਵੀ ਉਸਨੇ ਇਸ ਨੂੰ ਹੀ ਧਰਮ ਸਮਝ ਲਿਆ। ਫਿਰ ਲੋਕਾਂ ਦੀ ਨਜ਼ਰ ਵਿੱਚ ਮੈਂ ਧਰਮੀ ਹੋ ਗਿਆ, ਮੇਰੇ ਵਰਗਾ ਧਰਮੀ ਕੋਈ ਹੈ ਹੀ ਨਹੀਂ।
क्योंकि जिहड़ा स्टेज ते बैठा वो मेरी गल कर रहा, हर दीवान च गल कर रहा, और इस गुमान दे विच ही वो धर्म तो किते दूर चला जाता बंदा, अपने आप नूं बंधना च बन लिया। कबीर साहब कहते ने इस गल नूं चंगी तरह समझने, जीवन दे विच झूठी माया, इस झूठी माया दे नासवंत माया दे पिछे लग के अपने आप नूं बंधना विच बन लिया। ते जो नलनी परमस हुआ, नलनी जिहड़ी है वो है तोते नूं फड़न लई बनाई हुई एक नलनी नलकी हुंदी है, जिहदे राहीं तोते नूं फड़िया जांदा है। जो नलनी परमस हुआ, भरम विच डर विच डुੱਬਣ ਦੇ डर विच तोता जिहड़ा फड़िया जांदा, वो नलनी किवें हुंदी है कि एक डंडा जिहा लग्या हुंदा है, थल्ले एक रस्सी बन के उसदे ते एक होर डंडा हुंदा है। वो इस ढंग दे नाल बनाई जाती कि थल्ले पानी हुंदा है ते वो जदों बहिंदा है उसदे उत्ते वो घुम जाती थल्ले वाले पासे। उन्होंने खतरा ये रहिंदा जो उपरों छड्डदा ते थल्ले पानी डुੱਬ जावांगा, वो छड्ड पांदा नहीं, और उस डर दे विच वो फड़िया जाता है, उस नलनी विच फस जाता है। भगत जी ने इत्थे यही जिक्र किया कि मनुखी हालत जिहड़ी है वो इस संसार दे विच यही है। बंदा सोचदा भी शायद इस नासवंत माया नूं त्यागांगा तो फिर जीवन ते चलना नहीं, उस डर दे विच ही अपने जीवन नूं भटकना विच पा लैंदा है, इस माया दे नाल चिमड़िया रहिंदा है ते सच तो कोहां दूर चला जाता है। ये मनुखी हालत है। इस करके इत्थे भगत कबीर साहब जी ये समझाना चाहते ने कि इस गल नूं चंगी तरह समझनी कि उस खूह विच डिग्या पिया जिसनूं मौत ने घेरिया होया। मौत तो अवस आउणी है, जितने मर्जी तू अपने आप नूं माया विच बंद के रख, अपना ध्यान मौत तो हटा के इन्हां पदार्थां विच ला के रख, होर भटकना विच भटकदा रह, पर मौत ने फिर भी आई जाना है। उस मौत ने तेरे जीवन का अंत कर देना है। इस करके मौत नूं चेते कर ते उस दिन नूं याद कर जदों तू माता दे गर्भ विच 10 महीने सी। भाऊ इत्थे यही समझाना चाहते हैं कि संसार विच आके माया का जिहड़ा मान है वो कूड़ा है, झूठा मान है। किसी चीज़ नाल भी ये मान वधाना चंगा नहीं, क्योंकि कोई भी चीज़ मनुख दे नाल नहीं जानी। इस शब्द दे सार मैं तुहाडे नाल साझा कर रहा। कबीर साहब ने जो शब्द विच कहा ना, कहंदे कोई भी चीज़ तेरे साथ नहीं जानी। माया का मोह सगों मनुख की आत्मिक मौत का कारण बनता है। जिमें नलनी नाल चिमड़ के तोता बेगानी कैद विच फसदा है, इस तरह ही मनुख जिहड़ा है माया दे मोह विच अपनी आत्मिक मौत का कारण आप ही बन जाता है, और पूरी जिंदगी इस माया की पकड़ विच आ जाता है, अते पूरी जिंदगी इस माया विच फसिया रहिंदा, प्राण त्याग जाता है। इस करके कबीर साहब इन्हां गल्लां तो सानू अज सुचेत कर रहे हैं, सानू जगा रहे हैं और समझा रहे हैं कि इस माया का मान जिहड़ा कूड़ा, इनू छड्ड के उस परमात्मा की बंदगी कर, शुभ कर्म कर, जिन्हां कर्मां ने तेरे जीवन नूं सफला करना है। वो काम कर जिहदे नाल तैनूं आत्मिक जीवन मिलना है। जिहड़े कर्म तू कर रहे ये सारे कर्म ही तेरे आत्मिक मौत का कारण बन रहे हैं। इस तरह के शब्द विच ये विचार साडे समक्ष रखे। गुरु महाराज कृपा करन कि साडे इस मन नूं समझ आ जाए। असी जो बाणी दे अनियाले तीर गुरु साहब ने साडे हिरदे च मारे ने, अंदर साडा बन्निया जाए, अंदरों असी जागृत हो जाइए, सुचेत हो जाइए, तो इस माया के बंधनों तो अपने आप नूं आज़ाद करके सच दे मार्ग दे धारनी बनीए। फिर साडे हो जाणगे ये लोग सुखी है पर लोग सुहेले, नानक हर भो आपे मिले। इतने वचन प्रवान करो जी। फतेह दी सान करो, आखो जी वाहिगुरू जी का खालसा वाहिगुरू जी की फतेह।